ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 7 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਲਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਫੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ ਪ੍ਰੋਜੈਕਟ ਫਰੀडम ਸੀ ਉਹਨੂੰ ਉਸ ਟਾਈਮ ਦੇ ਉੱਤੇ ਸ਼ੈਲਵ ਕੀਤਾ, ਉਸ ਟਾਈਮ ਦੇ ਉੱਤੇ ਬੰਦ ਕੀਤਾ ਜਦੋਂ ਸਾਊਦੀ ਅਰੇਬੀਆ ਨੇ ਉਹਨਾਂ ਦੇ ਜਿਹੜੇ ਵੇਸ ਤੇ ਏਅਰ ਸਪੇਸ ਨੂੰ ਯੂਜ਼ ਕਰਨ ਤੋਂ ਨਾ ਕਰ ਦਿੱਤੀ। ਰਿਆਦ ਨੇ ਵਾਈਟ ਹਾਊਸ ਨੂੰ ਇਹ ਕਹਿਤਾ ਵੀ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਤੁਹਾਨੂੰ ਐਕਸੈਸ ਨਹੀਂ ਦੇ ਸਕਦੇ ਕਿਉਂਕਿ ਉਹ ਇਰਾਨ ਵਾਲੇ ਫਿਰ ਸਾਡੇ ਉੱਤੇ ਅਟੈਕ ਕਰਨਗੇ। ਜਦੋਂ ਰਿਫਿਊਜ਼ਲ ਆ ਗਿਆ ਸਾਊਦੀ ਅਰੇਬੀਆ ਤੋਂ ਤੇ ਫਿਰ US ਦੇ ਕੋਲ ਕੋਈ ਚੁਆਇਸ ਨਹੀਂ ਸੀ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਫਰੀडम ਵਾਲਾ ਪ੍ਰੋਜੈਕਟ ਆ ਉਸ ਨੂੰ ਬੰਦ ਕਰਨ ਜਾ ਰਹੇ ਹੈਗੇ ਆ। ਹਾਲਾਂਕਿ ਸਾਊਦੀ ਅਰੇਬੀਆ ਇੱਕ ਟਾਈਮ ਤੇ ਕਹਿ ਰਿਹਾ ਸੀ ਵੀ ਇਰਾਨ ਦੇ ਵਿੱਚ ਤਾਂ ਗਰਾਊਂਡ ਟਰੂਪ ਵੀ ਵਾੜ ਦਿਓ ਤੁਸੀਂ ਅਮਰੀਕਾ ਵਾਲਿਆਂ ਨੂੰ। ਜਦੋਂ ਫਿਰ ਉਹਨਾਂ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਸਾਊਦੀ ਅਰੇਬੀਆ 'ਚ ਵੀ ਇਰਾਨ ਵਾਲਿਆਂ ਨੇ, ਤੇ ਉਹ ਤੋਂ ਬਾਅਦ ਫਿਰ ਇਹ ਜਿਹੜੀ ਸਿਚੁਏਸ਼ਨ ਆ ਚੇਂਜ ਹੋਈ ਹੈਗੀ ਆ। UAE ਜਿਹੜਾ ਸਿਗਨੇਟਰੀ ਆ ਐਬਰਾਹਿਮ ਅਕੋਰਡ ਦੇ ਉੱਤੇ ਜਿਹੜਾ ਕਲੋਜ਼ਰ ਟੂ ਇਜ਼ਰਾਈਲ ਹੈਗਾ ਆ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਣੇ ਹੱਥ ਜਿਹੜੇ ਆ ਖੜੇ ਕਰ ਗਿਆ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੇ ਅਮਰੀਕਾ ਵਾਲਿਆਂ ਨੇ ਫਿਰ ਉਸ ਨੂੰ ਜਿਹੜਾ ਆ ਆਪਰੇਸ਼ਨ ਫਰੀडम ਨੂੰ ਬੰਦ ਕਰ ਦਿੱਤਾ ਜੀ। ਉਧਰ ਜਿਹੜੀ ਹੁਣੇ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਸ ਆ ਰਹੀਆਂ ਵੀ US ਦੇ ਦੁਆਰਾ ਸੈਲਫ ਡਿਫੈਂਸ ਜਿਹੜੀਆਂ ਸਟਰਾਈਕਸ ਆ ਉਹ ਇਰਾਨ ਦੇ ਉੱਤੇ ਕੀਤੀਆਂ ਗਈਆਂ ਆ। US ਸੈਂਟਰਲ ਕਮਾਂਡ ਨੇ ਅੱਜ ਜਿਹੜਾ ਦੱਸਿਆ ਵੀ ਅਮਰੀਕਨ ਫੋਰਸਿਸ ਦੇ ਦੁਆਰਾ ਸੈਲਫ ਡਿਫੈਂਸ ਸਟਰਾਈਕਸ ਦੇ ਨਾਲ ਜਵਾਬ ਦਿੱਤਾ ਗਿਆ ਆ ਇਰਾਨ ਦੇ ਟਾਰਗੇਟਸ ਦੇ ਉੱਤੇ ਹਮਲਾ ਕਰਕੇ। ਇਹਨਾਂ ਨੇ ਇਹ ਦਾਅਵਾ ਕਰ ਰਹੇ ਆ, ਇਹ ਕਹਿ ਰਹੇ ਆ ਵੀ US ਦੇ ਜਿਹੜੇ ਨੇਵੀ ਡਿਸਟਰੋਇਰਸ ਆ ਉਹਨਾਂ ਦੇ ਉੱਤੇ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਇਰਾਨ ਵਾਲਿਆਂ ਨੇ ਹਮਲਾ ਕੀਤਾ ਆ, ਤੇ ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਉਹਨਾਂ ਦੇ ਇਰਾਨੀਅਨ ਪੋਰਟਸ, ਦੋ ਜਿਹੜੀਆਂ ਬੰਦਰਗਾਹਾਂ ਆ ਸਟੇਟ ਆਫ ਹਾਰਮਜ਼ ਦੇ ਵਿੱਚ ਬੰਦਰ ਅਬਾਸ ਤੇ ਕੇਸ਼ਮ, ਉਹਨਾਂ ਦੇ ਉੱਤੇ ਅਮਰੀਕਾ ਦੁਆਰਾ ਹੁਣ ਹਮਲਾ ਕੀਤਾ ਗਿਆ ਆ। ਇਰਾਨ ਨੇ ਸਵੇਰੇ ਜਿਹੜਾ ਉਹ ਆਖਿਆ ਸੀਗਾ ਵੀ ਅਸੀਂ US ਦਾ ਜਿਹੜਾ ਪ੍ਰਪੋਜ਼ਲ ਦਿੱਤਾ ਗਿਆ ਆ ਉਹਨੂੰ ਰਿਵਿਊ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਆਪਣੇ ਜਿਹੜੇ ਵਿਚਾਰ ਆ, ਜਿਹੜਾ ਮੀਡੀਏਟਰ ਆ ਵਿਚੋਲਗੀ ਦੀ ਜਿਹੜੀ ਭੂਮਿਕਾ ਨਿਭਾ ਰਹੇ ਆ ਪਾਕਿਸਤਾਨ ਆ, ਉਸ ਨੂੰ ਅਸੀਂ ਦੱਸ ਰਹੇ ਹੈਗੇ ਆ। ਸੋ ਕਹਿੰਦੇ ਵੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਸ ਸ਼ਿਪਿੰਗ ਲੇਨ ਦੀ ਜਿਹੜਾ ਸਟੇਟ ਆਫ ਹਾਰਮਜ਼ ਦੇ ਵਿੱਚ ਆ ਉਸ ਦੇ ਉੱਤੇ ਆਪਣਾ ਅਧਿਕਾਰਤ ਕਬਜ਼ਾ ਜਿਹੜਾ ਆ ਉਹ ਘੋਸ਼ਿਤ ਕਰ ਸਕਣ। ਸ਼ਿਪਿੰਗ ਇੰਟੈਲੀਜੈਂਸ ਫਰਮ ਲਾਇਡ ਲਿਸਟ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਸਟ੍ਰੇਟ ਆਫ ਹਾਰਮਜ਼ ਆ ਉਹ ਅਜੇ ਵੀ ਬੰਦ ਹੈਗਾ ਆ, ਤੇ ਜਿਹੜੀ ਇਰਾਨ ਨੇ ਕਿਹਾ ਆ ਵੀ ਇੱਕ ਏਜੰਸੀ ਜਿਹੜੀ ਉਹ ਬਣਾਈ ਜਾਵੇ ਜਿਸ ਦੇ ਉੱਤੇ ਜਿਸ ਦੀ ਇਹ ਭੂਮਿਕਾ ਹੋਵੇਗੀ ਵੀ ਕਿਹੜੀਆਂ ਜਿਹੜੇ ਜਹਾਜ਼ ਆ ਇਸ ਦੇ ਵਿੱਚੋਂ ਟ੍ਰਾਂਜ਼ਿਟ ਦੇ ਲਈ ਲੰਘ ਜਿਹੜੇ ਹੋ ਜਾਣਗੇ। ਸੋ ਅੱਜ ਅਮਰੀਕਾ ਦੇ ਦੁਆਰਾ ਮੁੜ ਤੋਂ ਇਰਾਨ ਦੇ ਉੱਤੇ ਜਿਹੜੇ ਹਮਲੇ ਆ ਉਹ ਕੀਤੇ ਗਏ ਆ, ਤੇ ਜਵਾਬੀ ਕਾਰਵਾਈ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਟਰੰਪ ਉਹਨਾਂ ਨੇ ਕਿਹਾ ਵੀ ਇਰਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ ਜਦ ਉਹਨਾਂ ਨੇ US ਦੀਆਂ ਵਾਰਸ਼ਿਪਸ ਦੇ ਉੱਤੇ ਅਟੈਕ ਕੀਤਾ ਤੇ ਉਹਨਾਂ ਦੇ ਉੱਤੇ ਜਵਾਬੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਆ। ਅਮਰੀਕਾ ਦੇ ਦੁਆਰਾ ਇਸ ਮੌਕੇ ਨੇਵਲ ਬਲੌਕੇਡ ਸਟੇਟ ਆਫ ਹਾਰਮਜ਼ ਦੇ ਵਿੱਚ ਲਗਾਇਆ ਗਿਆ ਆ ਵੀ ਇਰਾਨ ਦੀ ਬੰਦਰਗਾਹ ਦੇ ਉੱਤੇ ਕੋਈ ਵੀ ਜਹਾਜ਼ ਉੱਥੋਂ ਆ ਜਾ ਨਾ ਸਕੇ। ਸੋ ਟਰੰਪ ਹੁਣਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਪੋਸਟ
ਕੀਤਾ ਆ, ਅਤੇ ਉਹਨਾਂ ਨੇ ਕਿਹਾ ਵੀ ਇਹ ਇੱਕ ਲਵ ਟੈਪ ਆ ਇਰਾਨੀਅਨ ਪੋਰਟਸ ਦੇ ਉੱਤੇ ਜਿਹੜਾ ਉਹ ਹਮਲਾ ਕਰਨਾ। ਸੋ 2 ਪੋਰਟਸ ਦੇ ਉੱਤੇ ਹਮਲਾ ਹੋਇਆ ਆ, ਜਦ US ਦੀ ਸੈਂਟਰਲ ਕਮਾਂਡ ਨੇ ਕਿਹਾ ਵੀ 3 ਨੇਵੀ ਡਿਸਟਰੋਇਰਸ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਇਰਾਨ ਦੇ ਦੁਆਰਾ ਕੋਸ਼ਿਸ਼ ਕੀਤੀ ਗਈ ਸੀ। USS ਟਰਕਸਟਨ, USS ਮੇਸਨ ਤੇ USS ਰਫੇਲ ਪਰੈਲਟਾ। ਸੋ ਉਹਨਾਂ ਦੇ ਉੱਤੇ ਇਹ ਹਮਲਾ ਇਹਨਾਂ ਨੇ ਕੀਤਾ ਸੀਗਾ। US ਨੇ ਜਿਹੜਾ 2 ਇਰਾਨੀਅਨ ਪੋਰਟਸ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ ਆ, ਸਟੇਟ ਆਫ ਹਾਰਮੋਜ਼ ਦੇ ਉੱਤੇ ਜਿਹੜਾ ਜਦੋਂ ਉਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, US ਦੀ ਮਿਲਟਰੀ ਨੇ ਬੈਂਦਰ ਅਵਾਸ ਤੇ ਕੌਸ਼ਮ, ਇਹ ਜਿਹੜੇ 2 ਉਹਨਾਂ ਦੇ ਪੋਰਟਸ ਆ ਉੱਥੇ ਅਟੈਕ ਕੀਤਾ ਹੈ। ਫੌਕਸ ਨਿਊਜ਼ ਜੋ ਆ ਰਿਪੋਰਟ ਕਰ ਰਿਹਾ ਹੈਗਾ। 3 US ਦੇ ਨੇਵੀ ਡਿਸਟਰੋਇਰਸ ਜਿਹੜੇ ਆ ਉਹ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਲੰਘ ਰਹੇ ਸੀ ਜਦੋਂ ਉਹ ਅੰਡਰ ਅਟੈਕ ਆਏ ਹੈਗੇ ਆ ਇਰਾਨੀਅਨ ਡਰੋਨਸ, ਮਿਜ਼ਾਈਲਸ ਤੇ ਸਮਾਲ ਬੋਟਸ ਦੇ ਰਾਹੀਂ। ਸੋ ਕਾਫੀ ਵੱਡਾ ਜਿਹੜਾ ਉਹਨੇ ਕੋਸ਼ਿਸ਼ ਕੀਤੀ ਸੀ। ਸੋ US ਕਮਾਂਡ ਇਹ ਕਹਿ ਰਹੀ ਆ ਵੀ ਅਸੀਂ ਤਾਂ ਲਾਂਚ ਕੀਤਾ ਹੈਗਾ ਆ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਸਟ੍ਰਾਈਕ ਜਿਹੜੀ ਆ ਉਹ ਕੀਤੀ ਹੈਗੀ ਆ। ਸੈਕੰਡ ਰਾਊਂਡ ਆਫ ਇਰਾਨੀਅਨ ਅਟੈਕ ਹੋਇਆ ਇਹ। ਇਰਾਨੀਅਨ ਸਟੇਟ ਟੀਵੀ ਜਿਹੜਾ ਆ ਉਹ ਰਿਪੋਰਟ ਕਰ ਰਿਹਾ ਵੀ ਐਕਸਪਲੋਜ਼ਨਸ ਸੁਣੇ ਗਏ ਹੈਗੇ ਆ ਔਨ ਆਈਲੈਂਡ ਇਨ ਸਟੇਟ ਆਫ ਹਾਰਮੋਜ਼ ਦੇ ਵਿੱਚ। ਜਿਹੜਾ ਬਹਿਮਨ ਪੀਅਰ ਔਨ ਕੌਸ਼ਮ ਆਈਲੈਂਡ ਹੈਗਾ, ਉੱਥੇ ਇਹ ਜਿਹੜੇ ਬੜੇ ਜਿਹੜੇ ਆਵਾਜ਼ਾਂ ਆ ਐਕਸਪਲੋਜ਼ਨ ਦੀਆਂ ਉਹ ਸੁਣੀਆਂ ਗਈਆਂ ਹੈਗੀਆਂ। ਸ਼ਿਪਿੰਗ ਗਰੁੱਪ ਦੀ ਗੱਲ ਤੁਸੀਂ ਜਿਹੜੀ ਆ ਆਲਰੇਡੀ ਕਰ ਚੁੱਕੇ ਹੈਗੇ ਆ। GOP ਕਾਂਗਰਸਮੈਨ ਨੇ ਕਿਹਾ ਵੀ ਪੈਂਟਾਗਨ ਨੇ ਕੋਈ ਹਾਰਡ ਫਿਗਰ ਨਹੀਂ ਦਿੱਤਾ ਹੈਗਾ ਤੁਹਾਡਾ ਕਿੰਨਾ ਕੁ ਜਿਹੜਾ ਖਰਚਾ ਆ ਉਹ ਇਸ ਜੰਗ ਤੇ ਹੋਣਾ ਹੈਗਾ ਜਾਂ ਹੋਇਆ ਹੈਗਾ, ਪਰ ਬਹੁਤ ਸਾਰੇ US ਦੇ ਜਿਹੜੇ ਆਫੀਸ਼ੀਅਲਸ ਆ ਉਹ ਇੰਟਰਨਲ ਅਸੈਸਮੈਂਟ ਤੋਂ ਉਹਨਾਂ ਨੂੰ ਇਹ ਲੱਗ ਰਿਹਾ ਆ ਵੀ 50 ਬਿਲੀਅਨ ਤੱਕ ਜਿਹੜਾ ਆ ਖਰਚਾ ਇਰਾਨ ਵਾਰ ਤੇ ਹੋ ਸਕਦਾ ਹੈਗਾ ਆ। ਪਹਿਲਾਂ ਇਹ $25 ਬਿਲੀਅਨ ਜਿਹੜੀ ਆ ਇਹਦੀ ਕੀਮਤ ਦੱਸੀ ਗਈ ਸੀ। ਸੋ ਟਰੰਪ ਕਹੀ ਜਾਂਦਾ, ਟਰੰਪ ਨਹੀਂ ਕਹਿ ਰਿਹਾ ਵੀ ਜੀ ਸਟੇਟ ਆਫ ਕਲੈਪਸ ਆ ਇਰਾਨ ਦੇ ਵਿੱਚ, ਪਰ ਇਰਾਨ ਵਾਲੇ ਕਹਿੰਦੇ ਵੀ ਨਹੀਂ ਅਸੀਂ ਤਾਂ ਸਾਰਾ ਕੁਝ ਸਾਡਾ ਸੈੱਟ ਚੱਲ ਰਿਹਾ ਹੈਗਾ। ਤੇ ਨਾਲ ਦੀ ਨਾਲ US ਇਹ ਕਹਿ ਰਿਹਾ ਵੀ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈਗਾ ਪ੍ਰੈਜ਼ੀਡੈਂਟ ਨੂੰ, ਕਿਉਂਕਿ ਇਹ ਜਿਹੜਾ ਆ ਉੱਥੇ ਦਾ ਨਿਊਕਲੀਅਰ ਆ ਉਹ ਖਤਮ ਕਰਨ ਜਾ ਰਹੇ ਆ ਜਾਂ ਉਹਨਾਂ ਦਾ ਖਤਮ ਕਰਾ ਦਿੱਤਾ ਹੈਗਾ। ਹੁਣ ਤੱਕ 1500 ਤੋਂ ਵੱਧ ਜਿਹੜੇ ਸ਼ਿਪ ਆ ਉਹ ਗੋਲਫ ਦੇ ਵਿੱਚ ਫਸੇ ਹੋਏ ਹੈਗੇ ਆ। ਜੀ, ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚ ਨੇ ਅੱਜ ਗੱਲਬਾਤ ਇੱਕ ਇੰਟਰਵਿਊ ਦੇ ਦੌਰਾਨ ਜੋ ਫੀਨਿਕਸ ਦੇ ਵਿੱਚ ਉਹਨਾਂ ਨੇ ਕੀਤੀ ਆ, ਉਹਨਾਂ ਨੇ ਕਿਹਾ ਵੀ ਜਿਹੜੇ US ਸਿਟੀਜ਼ਨ ਬਣੇ ਨੇ ਫਰਾਡ ਕਮਿਟ ਕਰਕੇ, ਉਹਨਾਂ ਨੂੰ ਚਿੰਤਾ ਹੋਣੀ ਚਾਹੀਦੀ ਆ, ਅਸੀਂ ਤੁਹਾਡੇ ਮਗਰ ਆ ਰਹੇ ਹਾਂ। ਪਿਛਲੇ ਕਈ ਸਾਲਾਂ 'ਚ ਪਹਿਲੀ ਵਾਰ ਦੇਖਿਆ ਗਿਆ ਆ ਵੀ ਕੋਈ ਪ੍ਰਸ਼ਾਸਨ ਇੰਨੇ ਜੰਗੀ ਪੱਧਰ ਦੇ ਉੱਤੇ ਜਿਹੜਾ ਡੀਨੈਚੁਰਲਾਈਜੇਸ਼ਨ ਦੀ ਪ੍ਰਕਿਰਿਆ ਦੇ ਵੱਲ ਨੂੰ ਵਧਿਆ ਹੈਗਾ ਆ। ਸੋ ਇੱਕ ਸਿਟ ਡਾਊਨ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਿਛਲੇ 9 ਸਾਲਾਂ ਦੇ ਵਿੱਚ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਵੀ ਇੰਨੇ ਜ਼ਿਆਦਾ ਆંકੜੇ ਜਿਹੜੇ ਨੰਬਰਸ ਦੇ ਵਿੱਚ ਡੀਨੈਚੁਰਲਾਈਜੇਸ਼ਨ ਵੀ ਲੋਕਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਵਾਪਸ ਲਏ ਜਾਣ ਵੱਲ ਨੂੰ ਅੱਗੇ ਕਦਮ ਜਿਹੜੇ ਵਧਾਏ ਜਾ ਰਹੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਤੁਹਾਨੂੰ ਉਹਨਾਂ ਸਾਰੇ ਲੋਕਾਂ ਨੂੰ ਚਿੰਤਾ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਦਾ ਫਰਾਡ ਕਮਿਟ ਕੀਤਾ ਹੈਗਾ ਆ। ਕਹਿੰਦੇ ਵੀ ਜੇ ਤੁਸੀਂ ਇੱਥੇ ਆਏ ਆ, ਸਿਟੀਜ਼ਨ ਬਣੇ ਆ, ਤੇ ਪਰ ਜੇ ਤੁਸੀਂ ਉਸ ਸਿਟੀਜ਼ਨ ਬਣਨ ਤੋਂ ਪਹਿਲਾਂ ਜਾਂ ਉਸ ਬਣਨ ਦੇ ਲਈ ਕਿਸੇ ਤਰੀਕੇ ਦਾ ਫਰਾਡ ਕੀਤਾ ਆ, ਕੁਛ ਵੀ ਇਲੀਗਲ ਕੀਤਾ ਆ, ਯੂ ਸ਼ੁੱਡ ਬੀ ਵਰੀਡ। ਸੋ ਕਹਿੰਦੇ ਵੀ ਅਸੀਂ ਲਿਮਿਟ ਨਹੀਂ ਕਰ ਰਹੇ ਆਪਣੇ ਆਪ ਨੂੰ ਕਿਸੇ ਇੱਕ ਜਾਣੇ ਦੇ ਉੱਤੇ। ਕਹਿੰਦੇ ਵੀ ਪਰ ਅਨਫੋਰਚੂਨੇਟਲੀ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਹਫ਼ਤਿਆਂ ਦੇ ਵਿੱਚ ਤੁਸੀਂ ਜਿਹੜਾ ਇਹ ਸੁਣੋਗੇ ਤੇ ਤੁਸੀਂ ਦੇਖੋਗੇ ਵੀ ਉਹ ਲੋਕ ਜਿਹੜੇ ਸਿਟੀਜ਼ਨ ਨਹੀਂ ਸੀ ਹੋਣੇ ਚਾਹੀਦੇ ਉਹ ਸਿਟੀਜ਼ਨ ਬਣੇ ਆ, ਤੇ ਅਸੀਂ ਉਹਨਾਂ ਨੂੰ ਡੀਨੈਚੁਰਲਾਈਜ਼ ਕਰਨ ਵੱਲ ਨੂੰ ਤੇਜ਼ੀ ਦੇ ਨਾਲ ਕਦਮ ਜਿਹੜੇ ਉਹ ਵਧਾਵਾਂਗੇ। ਸੋ ਕਹਿੰਦੇ ਵੀ ਫਾਰ ਐਂਡ ਫਿਊ ਹੁੰਦੀਆਂ ਸੀਗੀਆਂ ਇੱਦਾਂ ਦੀਆਂ ਡੀਨੈਚੁਰਲਾਈਜੇਸ਼ਨ ਦੇ ਜਿਹੜੇ ਉਹ ਕੇਸਿਸ। 2090 ਤੋਂ 2017 ਦੇ ਦਰਮਿਆਨ ਐਨੂਅਲ ਐਵਰੇਜ ਇੱਦਾਂ ਦੇ ਕੇਸ ਕਰਨ ਦੀ ਜਿਹੜੀ ਨੰਬਰ ਆ ਉਹ 11 ਸੀਗੀ। ਇਸ ਮੌਕੇ ਅਜੇ ਸਾਲ ਪੂਰਾ ਨਹੀਂ ਹੋਇਆ ਤੇ 300 ਤੋਂ ਵੱਧ ਡੀਨੈਚੁਰਲਾਈਜੇਸ਼ਨ ਦੇ ਜਿਹੜੇ ਕੇਸ ਆ ਉਹ ਆਲਰੇਡੀ ਚੱਲ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਹੜੀਆਂ ਡੀਨੈਚੁਰਲਾਈਜੇਸ਼ਨ ਵਾਲੀ ਸਥਿਤੀ ਸੀ, ਜਿਹਨੇ ਬਹੁਤ ਹੀ ਕੋਈ ਤਗੜਾ ਜਿਹੜਾ ਐਗਰੀਸ਼ੀਅਸ ਕੇਸ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਲਈ ਲਿਮਿਟ ਜਿਹੜਾ ਉਹ ਰੱਖਿਆ ਜਾਂਦਾ ਸੀ, ਚਾਹੇ ਕਿਸੇ ਦੇ ਹਿਊਮਨ ਰਾਈਟ ਅਬਿਊਜ਼ ਆ, ਵਾਇਲੈਂਟ ਅਫੈਂਡਰ ਆ, ਜਾਂ ਨੈਸ਼ਨਲ ਸਿਕਿਉਰਿਟੀ ਦੇ ਲਈ ਜਿਹੜੇ ਖਤਰੇ ਆ
ਉਹਨਾਂ ਦੇ ਨੂੰ ਜਿਹੜਾ ਉਹ ਲੈ ਕੇ, ਪਰ ਕਹਿੰਦੇ ਵੀ ਡਿਪਾਰਟਮੈਂਟ ਨੇ ਜਿਹੜਾ ਨਵਾਂ ਮੈਮੋ ਪਬਲਿਸ਼ ਕੀਤਾ ਸੀ ਉਹਦੇ ਵਿੱਚ ਅਧਿਕਾਰੀਆਂ ਨੂੰ ਉਹਨਾਂ ਨੇ ਹਦਾਇਤਾਂ ਦਿੱਤੀਆਂ ਸੀਗੀਆਂ ਵੀ ਇਸ ਤੋਂ ਵੀ ਪਾਰ ਜਾ ਕੇ ਦੇਖੋ ਕਿਹੜੇ ਲੋਕਾਂ ਨੂੰ ਡੀਨੈਚੁਰਲਾਈਜ਼ ਕੀਤਾ ਜਾ ਸਕਦਾ ਆ, ਖਾਸ ਕਰਕੇ ਫਾਈਨੈਂਸ਼ੀਅਲ ਫਰਾਡ ਦੇ ਮਾਮਲੇ ਦੇ ਵਿੱਚ। ਸੋ ਕਹਿੰਦੇ ਵੀ ਇਹ ਹੁਣ ਰੈਂਪ ਅਪ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਇਹ ਹੁਣ ਆંકੜਾ ਬਹੁਤ ਸਾਰੇ ਅਜਿਹੀ ਪਾਪੂਲੇਸ਼ਨ, ਤਕਰੀਬਨ 24 ਮਿਲੀਅਨ ਪਾਪੂਲੇਸ਼ਨ ਦੱਸੀ ਜਾਂਦੀ ਆ ਜਿਹੜੇ ਨੈਚੁਰਲਾਈਜ਼ ਸਿਟੀਜ਼ਨ ਜਿਹੜੇ ਉਹ ਬਣੇ ਆ। ਤੇ ਕਹਿੰਦੇ ਵੀ ਹੁਣ ਦੇਖਦੇ ਆ ਵੀ ਉਹਨਾਂ ਵਿੱਚੋਂ ਕਿੰਨੇ ਕੁ ਜਿਹੜੇ ਨਕਲੀ ਸੀ ਜਾਂ ਕਿੰਨੇ ਕੁ ਜਿਹੜੇ ਉਹ ਫਰਾਡ ਦੇ ਸਹਾਰੇ ਦੇ ਨਾਲ ਸਿਟੀਜ਼ਨ ਬਣੇ ਆ, ਤੇ ਉਹਨਾਂ ਸਾਰਿਆਂ ਨੂੰ ਜਿਹੜੀ ਹੁਣ ਚਿੰਤਾ ਹੋਣੀ ਚਾਹੀਦੀ ਆ। ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਤਰੀਕੇ ਦਾ ਜਿਹੜਾ ਫਰਾਡ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਝੂਠ ਆ ਉਸ ਨੂੰ ਅਸੈਪਟ ਨਹੀਂ ਕਰਾਂਗੇ। ਅੱਜ ਹਾਰਵਰਡ ਯੂਨੀਵਰਸਿਟੀ ਦਾ ਜਿਹੜਾ ਕੈਨਵਸ ਸਾਈਟ ਆ ਉਹ ਹੈਕਰਸ ਨੇ ਹੈਕ ਕਰ ਲਿਆ, ਜਿਹਦੇ ਇਕੱਲਾ ਉਹਨਾਂ ਦਾ ਨਹੀਂ, ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਕੂਲਸ ਆ, ਕਈ ਯੂਨੀਵਰਸਿਟੀਜ਼ ਆ, ਉਹਨਾਂ ਦੇ ਵੀ ਜਿਹੜੇ ਇਹ ਕੈਨਵਸ ਆ ਜਿਹੜਾ ਮੇਨ ਜਿਹੜਾ ਵੈਬਸਾਈਟ ਆ ਜਿੱਥੇ ਉਹਨਾਂ ਦੀਆਂ ਕਲਾਸਿਸ ਆ, ਸਾਰੀਆਂ ਇੰਸਟਰਕਸ਼ਨ ਆ, ਅਸਾਈਨਮੈਂਟਸ ਆ, ਰੀਡਿੰਗ ਮੈਸੇਜਸ ਬਿਟਵੀਨ ਸਟੂਡੈਂਟ ਤੇ ਇੰਸਟਰਕਟਰਸ, ਉਹਨਾਂ ਨੂੰ ਜਿਹੜਾ ਆ 2 ਵਜੇ ਦੇ ਕਰੀਬ ਅੱਜ ਸ਼ਾਮੀ ਹੈਕ ਕਰ ਲਿਆ। ਬਾਅਦ ਦੇ ਵਿੱਚ 1.5 ਘੰਟੇ ਬਾਅਦ ਜਿਹੜਾ ਜਿਹੜਾ ਉਹਨਾਂ ਦਾ ਸਾਈਟ ਸੀਗਾ ਇਹ ਉਹ ਰੀਡਾਇਰੈਕਟ ਕਰਨ ਲੱਗਾ, ਜਿੱਥੇ ਮੈਸੇਜ ਆ ਰਿਹਾ ਸੀ ਸ਼ਾਨੀ ਹੰਟਰਸ। ਇਹ ਕਹਿੰਦੇ ਬੜਾ ਨੋਟੋਰੀਅਸ ਸਾਈਬਰ ਕ੍ਰਿਮੀਨਲ ਗਰੁੱਪ ਹੈਗਾ। ਇਹਨਾਂ ਨੇ ਕਿਹਾ ਵੀ ਅਸੀਂ ਇਹ ਕੰਮ ਕੀਤਾ ਹੈਗਾ ਆ। 4:20 ਤੇ ਜਿਹੜੇ ਸਾਈਟ ਆ ਉਹ ਫਿਰ ਅਪਡੇਟ ਕੀਤੇ ਗਏ ਹੈਗੇ ਆ। ਬੋਥ ਕੈਨਵਸ ਤੇ ਮੋਬਾਈਲ ਐਪ ਤੇ ਵੈਬ ਪਲੇਟਫਾਰਮ ਇਨਐਕਸੈਸੀਬਲ ਸੀਗੇ 4:30 ਵਜੇ ਤਾਈਂ, 2 ਵਜੇ ਤੋਂ ਲੈ ਕੇ। ਹੁਣ ਹਾਰਵਰਡ ਯੂਨੀਵਰਸਿਟੀ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਸਪੋਕਸਪਰਸਨ ਆ ਟਿਮ ਬੈਲੀ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਕੈਨਵਸ ਦਾ ਪਲੇਟਫਾਰਮ ਆ ਉਹ ਅਨਅਵੇਲੇਬਲ ਆ ਤੇ ਉਹ ਸਾਈਬਰ ਇਨਸੀਡੈਂਟ ਵਾਪਰੀ ਹੈਗੀ ਆ। ਜੇ ਇੱਦਾਂ ਦੀ ਯੂਨੀਵਰਸਿਟੀ 'ਚ ਵਾਪਰਦਾ ਤੇ ਬਾਕੀਆਂ ਤੇ ਕੀ ਹੋਊਗਾ। ਸੋ ਬਿਲੀਅਨਸ ਆਫ ਪ੍ਰਾਈਵੇਟ ਮੈਸੇਜਸ ਜਿਹਦੇ ਵਿੱਚ ਪਰਸਨਲ ਕਨਵਰਸੇਸ਼ਨ ਆ, 275 ਮਿਲੀਅਨ ਅਫੀਲੀਏਟਸ, 9000 ਸਕੂਲ ਜਿਹੜੇ ਵੱਖ-ਵੱਖ ਆ ਉੱਥੇ ਤੱਕ ਜਿਹੜੇ ਆ ਇਹ ਅੱਜ ਅਫੈਕਟ ਹੋਇਆ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਦੀ ਇੱਕ ਇਨਵੈਸਟੀਗੇਸ਼ਨ ਦੇ ਵਿੱਚ, ਜਾਂਚ ਦੇ ਵਿੱਚ ਇਹ ਪਤਾ ਲੱਗਾ ਆ UCLA ਯੂਨੀਵਰਸਿਟੀ ਆਫ ਕੈਲੀਫੋਰਨੀਆ LA ਦਾ ਜਿਹੜਾ ਮੈਡੀਕਲ ਸਕੂਲ ਆ, ਉਹਨਾਂ ਨੇ ਇਲੀਗਲੀ ਜਿਹੜੀ ਰੇਸ ਆ ਵੀ ਤੁਸੀਂ ਕਿਸ ਨਸਲ ਦੇ ਹੈਗੇ ਆ ਉਹਦੀ ਵਰਤੋਂ ਕੀਤੀ ਐਡਮਿਸ਼ਨਸ ਦੇਣ ਦੀ ਖਾਤਰ। ਕਹਿੰਦੇ ਵੀ ਮੈਰਿਟ ਨੂੰ ਛੱਡ ਕੇ ਉਹਨਾਂ ਨੇ ਰੇਸ ਦੇ ਉੱਤੇ ਜਿਹੜਾ ਉਹ ਜ਼ੋਰ ਪਾ ਕੇ ਕਈਆਂ ਨੂੰ ਐਡਮਿਸ਼ਨ ਜਿਹੜੀ ਉਹ ਦਿੱਤੀ। ਤੇ UCLA ਵਾਲੇ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਐਡਮਿਸ਼ਨਸ ਆ ਉਹ ਮੈਰਿਟ ਦੇ ਬੇਸ ਤੇ ਸੀਗੀਆਂ ਤੇ ਅਸੀਂ ਪੂਰੀ ਤਰ੍ਹਾਂ ਕੰਪਲਾਈ ਕੀਤਾ ਸਟੇਟ ਤੇ ਫੈਡਰਲ ਲਾ ਨੂੰ। ਪਰ US ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਵੀ UCLA ਵਾਲੇ ਆ ਉਹਨਾਂ ਨੇ ਰੇਸ ਨੂੰ ਆਧਾਰ ਬਣਾ ਕੇ ਐਡਮਿਸ਼ਨਸ ਜਿਹੜੀਆਂ ਉਹ ਦਿੱਤੀਆਂ ਆ, ਤੇ ਕਹਿੰਦੇ ਵੀ ਇਹ ਟੋਟਲੀ ਇਲੀਗਲ ਕਾਰਵਾਈ ਜਿਹੜੀ ਉਹ ਹੈਗੀ ਆ। ਸੋ ਇਹ ਫਾਈਂਡਿੰਗ ਦੇ ਨਾਲ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਹੁਣਾਂ ਦੀ ਆਲਰੇਡੀ ਜਿਹੜਾ ਇਟਖੜਕਾ ਅਜਿਹੀਆਂ ਯੂਨੀਵਰਸਿਟੀ ਦੇ ਨਾਲ ਚੱਲ ਰਿਹਾ ਜਿਹੜਾ ਆ ਉਹ ਹੋਰ ਵਧੇਗਾ। ਐਂਟੀਸੈਮੈਟਿਕ ਹਰਾਸਮੈਂਟ ਨੂੰ ਲੈ ਕੇ ਆਲਰੇਡੀ ਅਜਿਹੀਆਂ ਯੂਨੀਵਰਸਿਟੀਜ਼ ਜਿੱਥੇ ਬੜੇ ਪ੍ਰੋਟੈਸਟ ਜਿਹੜੇ ਹੁੰਦੇ ਰਹੇ ਹੈਗੇ ਆ, ਖਾਸ ਕਰਕੇ ਗਾਜ਼ਾ ਵਾਲੇ ਮਾਮਲੇ ਨੂੰ ਲੈ ਕੇ, ਤੇ ਉਹਦੇ ਲਈ ਇਹ ਨਿਸ਼ਾਨਾ ਜਿਹੜੇ ਉਹ ਬਣੇ ਸੀਗੇ। ਤੇ ਹੁਣ ਡਿਪਾਰਟਮੈਂਟ ਆਫ ਜਸਟਿਸ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੱਭੀਆਂ ਇਸ ਦੇ ਵਿੱਚ ਹੈਗੀਆਂ ਆ। ਅਫਰਮੇਟਿਵ ਐਕਸ਼ਨ ਨੂੰ 2023 ਦੇ ਵਿੱਚ ਸੁਪਰੀਮ ਕੋਰਟ ਨੇ ਰੋਕ ਦਿੱਤਾ ਸੀਗਾ, ਉਸ ਨੂੰ ਇਲੀਗਲ ਕਰਾਰ ਦੇ ਦਿੱਤਾ ਸੀਗਾ ਵੀ ਜਿਹੜਾ ਵੀ ਕੋਈ ਐਪਲੀਕੈਂਟ ਆ ਕਿਸੇ ਵੀ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਾ ਚਾਹੁੰਦਾ ਆ ਤਾਂ ਉਸ ਨੂੰ ਨਸਲ ਦੇ ਆਧਾਰ ਦੇ ਉੱਤੇ, ਰੇਸ ਦੇ ਆਧਾਰ ਦੇ ਉੱਤੇ ਅੱਗੇ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਇਨਫੈਕਟ ਮੈਰਿਟ ਦੇ ਹਿਸਾਬ ਦੇ ਨਾਲ ਜਿਹੜਾ ਉਹ ਹੋਵੇ। ਸੋ ਮਾਰਚ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਕਈ ਜਿਹੜੀਆਂ ਇਨਵੈਸਟੀਗੇਸ਼ਨਸ ਇਹ ਰੇਸ ਬੇਸਡ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਸ਼ੁਰੂ ਕੀਤੀਆਂ ਸੀਗੀਆਂ। ਉਹਨਾਂ ਦੇ ਵਿੱਚ ਜਿਹੜਾ ਮੈਡੀਕਲ ਸਕੂਲ UCLA ਦਾ, ਸਟੈਨਫੋਰਡ ਦੀਆਂ ਜਿਹੜੀਆਂ ਐਡਮਿਸ਼ਨਸ, ਓਹਾਇਓ ਸਟੇਟ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਏਗੋ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਸੀਗੀ। 1 ਸਾਲ ਲੰਮੀ ਚੱਲੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਉਹ ਇਹੀ ਪਾਇਆ ਵੀ ਜਿਹੜੇ ਸਕੂਲ ਨੇ ਡਿਸਕ੍ਰਿਮੀਨੇਟ ਕੀਤਾ ਜਿਹੜੇ ਵਾਈਟ ਤੇ ਏਸ਼ੀਅਨ ਅਮਰੀਕਨ ਸਟੂਡੈਂਟਸ ਦੇ ਉਲਟ ਇਹਨਾਂ ਨੇ, ਕਿਉਂਕਿ ਕਹਿੰਦੇ ਵੀ ਤਵੱਜੋ ਦਿੱਤੀ ਬਲੈਕ ਤੇ ਹਿਸਪੈਨਿਕ ਐਪਲੀਕੈਂਟਸ ਨੂੰ ਉਹਨਾਂ ਦੀ ਰੇਸ ਦੇ ਜਿਹੜੇ ਉਹ ਆਧਾਰ ਦੇ ਉੱਤੇ। ਕਹਿੰਦੇ ਵੀ ਜਿਹੜੇ ਬਲੈਕ ਸਟੂਡੈਂਟ ਐਡਮਿਟ ਕੀਤੇ ਗਏ ਸੀ 2024 'ਚ
ਉਹਨਾਂ ਦੀ ਐਵਰੇਜ GPA 3.72 ਸੀ, ਤੇ ਏਸ਼ੀਅਨ ਅਮਰੀਕਨਸ ਜਿਹੜੇ ਸੀਗੇ ਉਹਨਾਂ ਦੀ 3.83 ਤੇ 3.84 ਹੋਣ ਦੇ ਬਾਵਜੂਦ ਵੀ ਦੂਜਿਆਂ ਨੂੰ ਜਿਹੜੀ ਆ ਉਹ ਐਡਮਿਸ਼ਨ ਦਿੱਤੀ ਗਈ। ਸੋ ਇਹਦੇ ਵਿੱਚ ਇਹ ਕਹਿੰਦੇ ਵੀ ਇਹ ਪਤਾ ਲੱਗਦਾ ਵੀ ਇਹਨਾਂ ਨੇ ਰੇਸ ਨੂੰ ਆਧਾਰ ਬਣਾ ਕੇ ਇਹਨਾਂ ਨੂੰ ਐਡਮਿਸ਼ਨਸ ਜਿਹੜੀਆਂ ਉਹ ਦਿੱਤੀਆਂ ਹੈਗੀਆਂ ਆ। ਸੋ ਉਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਇਹਨਾਂ ਨੇ ਇਹ ਫਾਈਂਡਿੰਗਸ ਸਾਹਮਣੇ ਲਿਆਂਦੀਆਂ ਆ। ਅਗਲੀ ਖਬਰ ਚਲੀਏ। ਅੱਜ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਹੋਣੀ ਆ, ਉਹਨਾਂ ਨੇ ਵੈਟੀਕਨ ਨੂੰ ਵਿਜ਼ਿਟ ਕੀਤਾ ਕਿਉਂਕਿ ਟੈਨਸ਼ਨ ਚੱਲ ਰਹੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਤੇ ਪੋਪ ਲੀਓ ਦੇ ਵਿਚਾਲੇ। ਪੋਪ ਲੀਓ ਅਮਰੀਕਾ ਦੇ ਸਿਟੀਜ਼ਨ ਆ, ਤੇ ਕਾਫੀ ਪਿਛਲੇ ਦਿਨਾਂ ਦੇ ਵਿੱਚ ਦੋਨਾਂ ਦੇ ਵਿੱਚ ਰਿਫਟ ਚੱਲਦੀ ਰਹੀ ਆ। ਸੋ ਉਸ ਨੂੰ ਘਟਾਉਣ ਦੇ ਲਈ ਜਿਹੜੇ ਆ ਮਾਰਕੋ ਰੂਬੀਓ ਹੋਣੀ ਉਹ ਵਿਜ਼ਿਟ ਕਰਨ ਗਏ ਵੈਟੀਕਨ ਨੂੰ, ਤੇ ਕਹਿੰਦੇ ਲਗਭਗ 2.5 ਘੰਟੇ 2.5 ਆਵਰਸ ਉਹਨਾਂ ਨੇ ਗੱਲਬਾਤ ਕੀਤੀ, ਖਾਸ ਕਰਕੇ ਜਿਹੜਾ ਸਟਰੋਂਗ ਰਿਲੇਸ਼ਨਸ਼ਿਪ ਬਿਟਵੀਨ US ਤੇ ਹੋਲੀ ਸੀ। ਸੋ ਰੂਬੀਓ ਉਹ ਤੋਂ ਬਾਅਦ ਆਪਣੇ ਵੈਟੀਕਨ ਦੇ ਜਿਹੜੇ ਕਾਊਂਟਰਪਾਰਟ ਕਾਰਡੀਨਲ ਪੀਟਰੋ ਪੈਰੋਲਿਨਾ ਉਹਨਾਂ ਨੂੰ ਵੀ ਜਿਹੜੇ ਮਿਲੇ। ਉਹਨਾਂ ਨੇ ਜਿਹੜੀ ਹਿਊਮਨਿਟੇਰੀਅਨ ਐਫਰਟਸ ਵੈਸਟਰਨ ਹੈਮੀਸਫੀਅਰ ਚੱਲ ਰਹੀਆਂ ਤੇ ਕਿੱਦਾਂ ਪੀਸ ਮਿਲ ਸਕਦੀ ਆ ਮਿਡਲ ਈਸਟ ਦੇ ਵਿੱਚ, ਉਹਦੇ ਉੱਤੇ ਜਿਹੜੀ ਗੱਲਬਾਤ ਕੀਤੀ ਹੈਗੀ ਆ। ਅਪ੍ਰੈਲ ਮਹੀਨੇ ਦੇ ਵਿੱਚ ਟਰੰਪ ਉਹਨਾਂ ਨੇ ਅਕਿਊਜ਼ ਕਰਤਾ ਸੀ ਪੋਪ ਲੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਜੀ ਕ੍ਰਾਈਮ ਦੇ ਉੱਤੇ ਬਹੁਤ ਵੀਕ ਹੈਗਾ, ਤੇ ਨਾਲ ਨਿਊਕਲੀਅਰ ਜਿਹੜਾ ਇਰਾਨ ਆ ਉਹਦੀ ਸਪੋਰਟ ਕਰਦੇ ਹੈਗੇ ਆ। ਉਹ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਮੇਰਾ ਕੋਈ ਇੱਦਾਂ ਦੀ ਗੱਲ ਨਹੀਂ ਹੈ, ਪਰ ਜੋ ਕਤਲੇਆਮ ਹੋ ਰਿਹਾ ਹੈਗਾ ਆ ਉਹ ਬਿਲਕੁਲ ਗਲਤ ਆ। ਇਨੋਸੈਂਟ ਲੋਕ ਜਿਹੜੇ ਮਾਰੇ ਜਾ ਰਹੇ ਆ ਉਹਨਾਂ ਦੇ ਮੈਂ ਅਗੇਂਸਟ ਹੈਗਾ ਆ। ਸੋ ਚਰਚ ਵਾਲਿਆਂ ਦੇ ਨਾਲ ਪੋਪ ਦੇ ਨਾਲ ਅੱਜ ਜਿਹੜੇ ਮਾਰਕੋ ਰੂਬੀਓ ਹੋਣੀ ਆ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਨੇ ਕੀਤੀ ਆ ਤਾਂ ਕਿ ਜਿਹੜਾ ਰਿਲੇਸ਼ਨ ਆ ਉਹ ਵਧੀਆ ਬਣਿਆ ਰਹੇ। ਜੀ, ਕਹਿੰਦੇ ਵੀ ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚ ਪਾਪੂਲੇਸ਼ਨ ਡਿਕਲਾਈਨ ਹੋ ਰਹੀ ਆ। ਇੱਕ ਪਾਸੇ ਕਹਿੰਦੇ ਵੀ ਗਰੋਥ ਵੀ ਲਗਾਤਾਰ ਵੱਧ ਰਹੀ ਆ। ਫਾਸਟੈਸਟ ਗਰੋਇੰਗ ਜਿਹੜਾ ਇਲਾਕਾ ਮੰਨਿਆ ਜਾਂਦਾ ਹੈ ਨਦਰਨ ਕੈਲੀਫੋਰਨੀਆ ਦੇ ਇਹਨਾਂ ਸ਼ਹਿਰਾਂ ਨੂੰ, ਪਰ ਪਾਪੂਲੇਸ਼ਨ ਡਿਕਲਾਈਨ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚੋਂ ਆਪਾਂ ਮਾਈਗ੍ਰੇਸ਼ਨ ਦੇਖ ਰਹੇ ਹਾਂ ਵੀ ਹੋਰ ਸੂਬਿਆਂ 'ਚ ਹੋ ਰਹੀ ਹੈਗੀ ਆ, ਤੇ ਕਹਿੰਦੇ ਵੀ ਇਸ ਦਾ ਪਾਪੂਲੇਸ਼ਨ ਦੇ ਉੱਤੇ ਵੀ ਫਰਕ ਪੈ ਰਿਹਾ। ਨਵਾਂ ਡਾਟਾ ਜਿਹੜਾ ਡਿਪਾਰਟਮੈਂਟ ਆਫ ਫਾਈਨੈਂਸ ਨੇ ਜਾਰੀ ਕੀਤਾ ਆ ਉਸ ਦੇ ਵਿੱਚ ਇਹ ਪਤਾ ਲੱਗਾ ਹੈਗਾ ਆ। ਕਹਿੰਦੇ ਵੀ ਇਹ ਸਾਰੇ ਮਾਮਲੇ ਦੇ ਵਿੱਚ ਉੱਦਾਂ ਕੁਛ ਜਿਹੜੇ ਇਲਾਕੇ ਸੈਕਰਾਮੈਂਟੋ ਦੇ ਆਲੇ ਦੁਆਲੇ ਵਾਲੇ ਆ ਉਹਨਾਂ ਦੇ ਵਿੱਚ ਗਰੋਥ ਹੋਈ ਆ। ਮਾਊਂਟੇਨ ਹਾਊਸ ਲੈਥਰੋਪ ਜਿਹੜਾ ਕਿ ਸੈਨ ਮਕੀਨ ਕਾਊਂਟੀ ਦੇ ਵਿੱਚ ਆਉਂਦਾ ਆ, ਇਹ ਫਾਸਟੈਸਟ ਗਰੋਇੰਗ ਸਿਟੀਜ਼ 'ਚੋਂ ਆਏ ਆ। ਦੋਨਾਂ ਜਿਹੜੇ ਇਹਨਾਂ ਸ਼ਹਿਰਾਂ ਦੇ ਵਿੱਚ 5.6% ਪਾਪੂਲੇਸ਼ਨ ਗਰੋਥ ਦੇਖੀ ਗਈ ਆ। ਤੇ ਉੱਦਾਂ ਟੌਪ 10 ਦੇ ਵਿੱਚ ਰੋਜ਼ਵੈਲ, ਫਾਲਸਮ, ਐਲਗਰੋਵ ਇਹ ਵੀ ਜਿਹੜੇ ਉਹ ਆਏ ਆ। ਰੋਜ਼ਵੈਲ ਦੇ ਵਿੱਚ 2.7% ਜਿਹੜਾ ਆ ਉਹ ਪਾਪੂਲੇਸ਼ਨ ਵਧੀ ਜਿਹੜੀ ਉਹ ਹੈਗੀ ਆ, ਪਰ ਜਿਹੜਾ ਕਹਿੰਦੇ ਵੀ ਸ਼ਹਿਰ ਸੈਕਰਾਮੈਂਟੋ ਆ ਉੱਥੇ ਪਾਪੂਲੇਸ਼ਨ ਦਾ ਜਿਹੜਾ ਡਿਕਰੀਜ਼ ਆ ਉਹ ਸਾਹਮਣੇ ਆਇਆ ਆ। ਸੋ ਲੋਕ ਇੱਕ ਤਾਂ ਮੈਨੂੰ ਲੱਗਦਾ ਸੈਕਰਾਮੈਂਟੋ 'ਚੋਂ ਵੀ ਮੂਵ ਹੋ ਕੇ ਆਲੇ ਦੁਆਲੇ ਰੋਜ਼ਵਿਲ, ਐਲਗਰੋਵ, ਨਟੋਮਸ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਮੂਵ ਉਧਰ ਨੂੰ ਜਿਹੜਾ ਉਹ ਹੋ ਰਹੇ ਹੈਗੇ ਆ। ਸੋ ਡਿਪਾਰਟਮੈਂਟ ਆਫ ਫਾਈਨੈਂਸ ਇਹ ਕਹਿ ਰਿਹਾ ਆ ਵੀ ਅਸੀਂ ਸੈਕਰਾਮੈਂਟੋ ਮੇਨ ਜਿਹੜਾ ਮੈਟਰੋਪੋਲੀਟਨ ਸ਼ਹਿਰ ਆ ਉੱਥੇ ਜਿਹੜੀ ਪਾਪੂਲੇਸ਼ਨ ਆ ਉਹ ਘਟਦੀ ਜਾ ਰਹੀ ਹੈ। ਸੈਨੋਜ਼ੇ ਸਟੇਟ ਯੂਨੀਵਰਸਿਟੀ ਦਾ ਇੱਕ ਸਟੂਡੈਂਟ ਜਿਹਦਾ ਨਾਮ ਅਰਨਵ ਦੱਸਿਆ ਗਿਆ ਆ, 20 ਸਾਲਾਂ ਦਾ, ਹਾਈਟ 6 ਫੁੱਟ 1 ਇੰਚ ਆ, ਉਹ ਕੱਲ੍ਹ ਤੋਂ ਮਿਸਿੰਗ ਹੈਗਾ ਆ। ਕਹਿੰਦੇ ਪਿਛਲੀ ਵਾਰੀ ਉਹਨੂੰ ਜਿਹੜਾ ਆ ਕੈਲੀ ਪਾਰਕ ਸੈਨੋਜ਼ੇ ਦੇ ਵਿੱਚ ਦੇਖਿਆ ਗਿਆ ਸੀ ਜਦੋਂ ਬਰਾਊਨ ਹਾਫ ਸਲੀਵ ਸ਼ਰਟ ਤੇ ਬਲੈਕ ਟਰੈਕ ਪੈਂਟਸ ਉਹਨੇ ਪਾਈਆਂ ਹੋਈਆਂ ਸੀਗੀਆਂ। ਤੇ ਅਰਨਵ ਦੇ ਕੋਲ ਇੱਕ ਬਲੈਕ ਬੈਕਪੈਕ ਹੈਗਾ ਤੇ ਬੈਕਪੈਕ ਦੇ ਵਿੱਚ ਉਹਦੇ ਕੋਲ ਮਰੂਨ ਹੁੱਡੀ ਤੇ ਵਿਦ ਲੈਪਟਾਪ ਹੈਗਾ। ਜੇ ਕਿਸੇ ਨੂੰ ਤੁਹਾਡੇ ਬੱਚੇ ਬਹੁਤ ਕਈਆਂ ਦੇ ਆਪਣੇ ਸਰੋਤਿਆਂ ਦੇ ਪੜ੍ਹਦੇ ਆ ਸੈਨੋਜ਼ੇ ਸਟੇਟ ਯੂਨੀਵਰਸਿਟੀ ਦੇ ਵਿੱਚ, ਉਹਦੀ ਪਿਕਚਰ ਵੀ ਆਪਾਂ ਜਿਹੜੀ ਆ ਪੋਸਟਰ ਵੀ ਆ ਉਹ ਸ਼ੇਅਰ ਕਰ ਦਿੱਤਾ ਹੈ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ। ਬੱਚਿਆਂ ਨੂੰ ਜਾਂ ਕਿਸੇ ਨੂੰ ਜਾਣਕਾਰੀ ਹੋਵੇ ਜ਼ਰੂਰ ਉਹ ਕੰਟੈਕਟ ਕਰਨ। ਟੈਲੀਫੋਨ ਨੰਬਰ 650 804 0174 6508040174 ਦੱਸਿਆ ਗਿਆ ਹੈ। ਜੀ, ਹੈਂਟਾ ਵਾਇਰਸ ਜਿਹੜਾ ਆਊਟਬ੍ਰੇਕ ਹੋਇਆ ਹਰਜੋਤ ਸਿੰਘ ਜੀ, ਇਸ ਦੇ ਵਿੱਚ ਇਸ ਟਾਈਮ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਐਫਰਟ ਚੱਲ ਰਹੀ ਹੈ ਜਿਸ ਦੇ ਨਾਲ ਕਹਿੰਦੇ ਵੀ ਉਹ ਜਿਹੜੇ ਪੈਸੰਜਰ ਜਿਹੜੇ ਇਸ ਸ਼ਿਪ ਨੂੰ ਛੱਡ ਕੇ ਗਏ ਆ ਉਹਨਾਂ ਨੂੰ ਟਰੈਕ ਕੀਤਾ ਜਿਹੜਾ ਉਹ ਜਾ ਸਕੇ। ਇੱਥੋਂ ਤੱਕ ਕਿ ਇਹ ਦੇਖਿਆ ਗਿਆ ਹੈਗਾ ਆ ਹਰਜੋਤ ਸਿੰਘ ਜੀ ਵੀ ਕੈਲੀਫੋਰਨੀਆ ਵਾਲੇ ਵੀ ਉਹਨਾਂ 4 ਸੂਬਿਆਂ ਦੇ ਵਿੱਚੋਂ ਇੱਕ ਆ ਜਿਹੜੇ ਕਿ ਟਰੈਕ ਕਰ ਰਹੇ ਆ
ਹੈਂਟਾ ਵਾਇਰਸ ਕਰੂਜ਼ ਸ਼ਿਪ ਦੇ ਵਿੱਚ ਜਿਸ ਸ਼ਿਪ ਦੇ ਵਿੱਚ ਹੈਂਟਾ ਵਾਇਰਸ ਫੈਲਿਆ ਸੀ ਵੀ ਉੱਥੋਂ ਆਏ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਉੱਤੇ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਨਾਲ ਐਰੀਜ਼ੋਨਾ, ਜਾਰਜੀਆ ਤੇ ਟੈਕਸਸ ਦੇ ਵਿੱਚ ਪੋਟੈਂਸ਼ੀਅਲ ਇਨਫੈਕਸ਼ਨ ਨੂੰ ਉੱਥੋਂ ਦੀ ਜਿਹੜੀ ਪਬਲਿਕ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਮੋਨੀਟਰ ਕਰ ਰਹੀ ਹੈਗੀ ਆ। ਅਧਿਕਾਰੀਆਂ ਨੇ ਦੱਸਿਆ ਵੀ 30 ਜਿਹੜੇ ਪੈਸੰਜਰ ਆ, ਮੁਸਾਫਿਰ ਆ, ਉਸ ਸ਼ਿਪ ਦੇ ਵਿੱਚੋਂ, ਉਸ ਕਰੂਜ਼ ਸ਼ਿਪ ਦੇ ਵਿੱਚੋਂ ਜਿੱਥੇ ਹੈਂਟਾ ਵਾਇਰਸ ਫੈਲਿਆ ਆ ਉੱਥੋਂ ਨਿਕਲੇ ਸੀਗੇ। ਸੋ ਹੁਣ ਸ਼ੱਕ ਜਿਹੜਾ ਇਹੀ ਆ ਵੀ ਇਹਨਾਂ ਚੋਂ ਕਿਸੇ ਨੂੰ ਜਿਹੜਾ ਹੈਂਟਾ ਵਾਇਰਸ ਆ ਉਹ ਨਾ ਹੋਇਆ ਹੋਵੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਰੋਬਰਟ ਬਰਸੈਂਟੀ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਰਾਈਟ ਨਾਓ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਕੋਈ ਕੈਲੀਫੋਰਨੀਆ ਦਾ ਰੈਜ਼ੀਡੈਂਟ ਇਸ ਬਿਮਾਰੀ ਤੋਂ ਪੀੜਤ ਆ ਜਾਂ ਇਨਫੈਕਟਡ ਹੈਗਾ ਆ, ਪਰ ਕਹਿੰਦੇ ਵੀ ਜਿਹੜਾ ਰਿਸਕ ਆ ਉਹ ਲੋ ਹੈਗਾ ਆ। 3 ਪੈਸੰਜਰ ਕਹਿੰਦੇ ਵੀ ਹੁਣ ਤੱਕ ਕਰੂਜ਼ ਸ਼ਿਪ ਦੇ ਵਿੱਚ ਮਰ ਚੁੱਕੇ ਆ ਇਹ ਜਿਹੜੀ ਵਾਇਰਸ ਆ ਉਹ ਫੈਲਣ ਦੇ ਕਰਕੇ। ਕੇਪ ਵਰਡੇ ਦੇ ਨਜ਼ਦੀਕ ਇਸ ਨੂੰ ਰੋਕ ਕੇ ਰੱਖਿਆ ਗਿਆ ਸੀਗਾ ਇਸ ਸ਼ਿਪ ਨੂੰ, ਤੇ ਹੁਣ ਜਿਹੜੇ ਕੈਨਰੀ ਆਈਲੈਂਡ ਸਪੇਨ ਦੇ ਆ ਉਧਰ ਨੂੰ ਘੱਲਿਆ ਗਿਆ ਹੈਗਾ ਆ। ਸੋ ਹੁਣ 3-4 ਦਿਨ ਲੱਗਣਗੇ ਉੱਥੇ ਪਹੁੰਚਣ ਨੂੰ, ਤੇ ਉੱਥੇ ਜਾ ਕੇ ਫਿਰ ਕਹਿੰਦੇ ਕੱਲੇ ਦੀ ਵੀ ਜਿਹੜੀ ਜਾਂਚ ਆ ਉਹ ਕੀਤੀ ਜਿਹੜੀ ਉਹ ਜਾ ਸਕਦੀ ਆ। ਤਕਰੀਬਨ 149 ਜਿਹੜੇ ਮੁਸਾਫਿਰ ਆ ਅਜੇ ਵੀ ਉੱਥੇ ਜਿਹੜੇ ਮੌਜੂਦ ਨੇ। MV ਹੌਂਡੀਅਸ ਕਰਕੇ ਜਿਹੜੀ ਇਹ ਕਰੂਜ਼ ਸ਼ਿਪ ਆ ਉਸ ਦੇ ਵਿੱਚ ਜਿੱਥੇ ਇਹ ਹੈਂਟਾ ਵਾਇਰਸ ਫੈਲਿਆ ਆ, ਪਰ ਸੂਬੇ ਜਿਹੜੇ ਮੁਲਕ ਦੇ 4 ਸੂਬੇ ਕੈਲੀਫੋਰਨੀਆ, ਐਰੀਜ਼ੋਨਾ, ਜਾਰਜੀਆ ਤੇ ਟੈਕਸਸ ਦੇ ਵਿੱਚ ਕੁਝ ਲੋਕ ਆਏ ਨੇ ਜਿਹੜੇ ਉਸੇ ਹੀ ਸ਼ਿਪ ਦੇ ਵਿੱਚ ਸਵਾਰ ਸੀਗੇ ਜਿੱਥੇ ਇਹ ਵਾਇਰਸ ਫੈਲਿਆ ਸੀ। ਤੇ ਹੁਣ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ 'ਤੇ ਨਜ਼ਰ ਰੱਖਣ ਦੇ ਲਈ ਜਾਂ ਕਿਹਨਾਂ ਨੂੰ ਮਿਲ ਕੇ ਆਏ ਆ, ਕਿਹਦੇ ਥਰੂ ਆਏ ਆ, ਉਸ ਦੀ ਜਿਹੜੀ ਜਾਂਚ ਆ ਉਹਨਾਂ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਹਾਈ ਟੈਂਪਰੇਚਰ ਹੋਊਗਾ, ਡੇਂਜਰਸਲੀ ਹਾਈ ਟੈਂਪਰੇਚਰ ਇਸ ਵੀਕਐਂਡ ਦੇ ਦੌਰਾਨ, ਜਿਹਦੇ ਕਰਕੇ ਲੋਕਲ ਹੈਲਥ ਆਫੀਸ਼ੀਅਲਸ ਨੇ ਫੈਮਿਲੀਜ਼ ਨੂੰ ਕਿਹਾ ਵੀ ਐਕਸਟਰਾ ਪ੍ਰੀਕਾਸ਼ਨ ਲਈਆਂ ਜਾਣ ਤਾਂ ਕਿ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਹੀਟ ਰਿਲੇਟਡ ਇਲਨੈਸ ਤੋਂ ਬਚਾਇਆ ਜਾ ਸਕੇ। ਵੈਲੀ ਚਿਲਡਰਨ ਹਸਪੀਟਲ ਦੇ ਜਿਹੜੇ ਡਾਕਟਰਸ ਆ ਉਹ ਕਹਿ ਰਹੇ ਆ ਵੀ ਬੱਚੇ ਜਿਹੜੇ ਆ ਇੰਨੀ ਗਰਮੀ ਦੇ ਵਿੱਚ ਉਹਨਾਂ 'ਤੇ ਜ਼ਿਆਦਾ ਅਸਰ ਹੋ ਸਕਦਾ ਹੈਗਾ ਆ ਐਕਸਟ੍ਰੀਮ ਹੀਟ ਦਾ, ਤੇ ਪੇਰੈਂਟਸ ਵੀ ਜਿਹੜੇ ਆ ਧਿਆਨ ਰੱਖਣ ਬੱਚਿਆਂ ਨੂੰ ਇਨਡੋਰ ਹੀ ਰੱਖਣ, ਆਊਟਡੋਰ ਜਿਹੜਾ ਆ ਉਹ ਗੇਮਸ ਵਗੈਰਾ ਨਾ ਖੇਲਣ ਦੇਣ ਉਸ ਟਾਈਮ ਦੇ ਉੱਤੇ ਜਿਸ ਟਾਈਮ ਗਰਮੀ ਬਹੁਤ ਜ਼ਿਆਦਾ ਹੈਗੀ ਆ। ਤੇ ਮਿਡਲ ਆਫ ਦਾ ਡੇ ਕਹਿੰਦੇ ਕਾਫੀ ਰਿਸਕੀ ਹੁੰਦਾ ਹੈਗਾ ਬੱਚਿਆਂ ਦੇ ਲਈ, ਜੋ ਡਾਕਟਰਸ ਕਹਿ ਰਹੇ ਹੈਗੇ ਆ। ਹੈਲਥ ਕੇਅਰ ਪ੍ਰੋਵਾਈਡਰਸ ਨੇ ਪੇਰੈਂਟਸ ਨੂੰ ਇਹ ਕਿਹਾ ਵੀ ਹੈਲਥ ਰਿਲੇਟਡ ਇਲਨੈਸਿਸ ਜਿੱਦਾਂ ਹੀਟ ਕ੍ਰੈਂਪਸ, ਹੀਟ ਐਗਜ਼ੌਸਟਨ, ਹੀਟ ਸਟ੍ਰੋਕ, ਇਹ ਸਾਰਿਆਂ ਦਾ ਜਿਹੜਾ ਆ ਧਿਆਨ ਰੱਖਿਆ ਜਾਵੇ। ਤੇ ਕਹਿੰਦੇ ਵੀ ਪੂਲ 'ਚ ਜਾਣਾ ਸਮਰ 'ਚ ਹਰ ਕੋਈ ਪਸੰਦ ਕਰਦਾ ਹੈਗਾ, ਮੇਕ ਸ਼ੋਰ ਕਰੋ ਜਦੋਂ ਉਹ ਜਾਂਦੇ ਆ ਸੇਫ ਹੈਗੇ ਆ। ਜੇ ਤੁਸੀਂ ਬੱਚਿਆਂ ਨੂੰ ਪੂਲ ਵਿੱਚ ਲੈ ਕੇ ਜਾਂਦੇ ਆ ਤੇ ਮੇਕ ਸ਼ੋਰ ਕਰੋ ਵੀ ਉਹ ਤੁਹਾਡੇ ਆਈ ਸਾਈਟ ਦੇ ਅੰਡਰ ਹੀ ਹੈਗੇ ਆ, ਤੁਸੀਂ ਉਹਨਾਂ 'ਤੇ ਨਜ਼ਰ ਰੱਖੀ ਹੋਈ ਹੈਗੀ ਆ। ਐਵਰੀਵਨ ਇਜ਼ ਵਾਚਿੰਗ ਦੈਮ ਆਲ ਦਾ ਟਾਈਮ। ਕਈ ਵਾਰੀ ਬੱਚੇ ਫਿਰ ਅਨਫੋਰਚੂਨੇਟਲੀ ਡੁੱਬ ਵੀ ਜਾਂਦੇ ਆ, ਪਿਛਲੇ ਬਹੁਤ ਵਾਰ ਅਸੀਂ ਐਗਜ਼ਾਮਪਲਸ ਦੇਖੀਆਂ ਹੈਗੀਆਂ। ਸੋ ਇਹ ਜਿਹੜੇ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਪੇਰੈਂਟਸ ਨੂੰ ਜਿਹੜੀਆਂ ਆ ਕਾਫੀ ਵਾਰਨਿੰਗਸ ਇਸ਼ੂ ਕੀਤੀਆਂ ਹੈਗੀਆਂ। ਜੀ, ਤੇ ਅਜੇ ਸਿੰਘ ਜੀ, ਸਮਾਜ ਦੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਮਾਰਕੀਟਸ ਦਾ ਜੇ ਦੱਸ ਜਾਈਏ, ਡਾਊ ਜੋਨ ਅੱਜ 300 ਤੇ 14 ਪੁਆਇੰਟ ਘੱਟ ਕੇ 49,597, S&P 28 ਪੁਆਇੰਟ ਘੱਟ ਕੇ 7337, ਨੈਸਡੈਕ 33 ਪੁਆਇੰਟ ਘੱਟ ਕੇ 25,806 ਤੇ ਬੰਦ ਹੋਇਆ। ਸੋਨੇ ਦਾ ਭਾਅ 4700 ਤੇ $14 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $97 ਪ੍ਰਤੀ ਬੈਰਲ। 10 ਈਅਰ ਯੀਲਡ 4.39%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 80,060 ਤੇ ਇਥੀਰੀਅਮ 2200 ਤੇ $92 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਪਾਕਿਸਤਾਨ ਦੇ $278 ਤੇ 68 ਪੈਸੇ। ਇੰਡੀਆ ਦੇ $94 ਤੇ 25 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।